ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਦੀ ਗੱਲ ਹੈ, ਇੱਕ ਨਗਰ ਦੇ ਵਿੱਚ ਇੱਕ ਬੀਬੀ ਰਹਿੰਦੀ ਸੀ। ਬੜੀ ਸਿਆਣੀ ਸੀ, ਪਰਮਾਤਮਾ ਦਾ ਨਾਮ ਜਪਦੀ ਸੀ, ਦਾਨ ਦੇ ਵਿੱਚ ਵਿਸ਼ਵਾਸ ਕਰਦੀ ਸੀ। ਪਰਿਵਾਰ ਦੇ ਵਿੱਚ ਕੋਈ ਨਹੀਂ ਸੀ, ਇਕੱਲੀ ਸੀ, ਇਕੱਲੀ ਗੁਜ਼ਾਰਾ ਕਰਿਆ ਕਰਦੀ ਸੀ। ਉਸਨੇ ਕੁਝ ਨੇਮ ਬਣਾਏ ਹੋਏ ਸਨ। ਹਰ ਰੋਜ਼ ਉਸਨੇ ਜਦੋਂ ਸਵੇਰ ਵੇਲੇ ਉੱਠਣਾ, ਉੱਠਦਿਆਂ ਸਾਰ ਉਸਨੇ ਇਸ਼ਨਾਨ ਕਰਨਾ। ਇਸ਼ਨਾਨ ਕਰਨ ਤੋਂ ਬਾਅਦ 10 ਮਿੰਟ ਪਰਮਾਤਮਾ ਦੀ ਬੰਦਗੀ ਕਰਨੀ। 10 ਮਿੰਟ ਤੋਂ ਵੱਧ ਨਹੀਂ ਸੀ ਕਰਦੀ, ਸਿਰਫ 10 ਮਿੰਟ। 10 ਮਿੰਟ ਬੰਦਗੀ ਕਰਨ ਤੋਂ ਬਾਅਦ ਉਹ ਆਪਣੇ ਘਰ ਤੋਂ ਬਾਹਰ ਨਿਕਲ ਜਾਂਦੀ ਸੀ। ਜਦੋਂ ਬਾਹਰ ਜਾਂਦੀ ਤਾਂ ਉਸਦਾ ਇੱਕੋ ਇੱਕ ਮੰਤਵ ਹੁੰਦਾ ਸੀ ਕਿ ਉਸਨੇ ਆਂਢ ਗੁਆਂਢ ਦੇ ਵਿੱਚੋਂ ਕਿਤੋਂ ਗੋਹਾ ਲੈ ਕੇ ਆਉਣਾ ਹੁੰਦਾ ਸੀ, ਗੋਬਰ ਲੈ ਕੇ ਆਉਣਾ ਹੁੰਦਾ ਸੀ। ਉਸਦੇ ਗੁਆਂਢੀਆਂ ਦੇ ਕੋਲ ਇੱਕ ਗਾਂ ਸੀ, ਉਹਨਾਂ ਤੋਂ ਗੋਬਰ ਲਿਆ ਕੇ ਉਹ ਘਰ ਵਿੱਚ ਚੁੱਲ੍ਹੇ ਨੂੰ ਫੇਰਦੀ, ਰਸੋਈ ਵਾਲੀ ਥਾਂ ਤੇ ਉਹ ਪੋਚਾ ਫੇਰਦੀ। ਪੋਚਾ ਫੇਰਨ ਉਪਰੰਤ ਉਹ ਰੋਟੀਆਂ ਬਣਾਇਆ ਕਰਦੀ ਸੀ। ਹਮੇਸ਼ਾ ਉਸਦੀ ਨੇਮ ਜਿਹੜਾ ਸੀ, ਉਸਦੀ ਆਦਤ ਜਿਹੜੀ ਸੀ ਉਹ ਇਹ ਸੀ ਕਿ ਉਸਨੇ 5-6 ਪ੍ਰਸ਼ਾਦੇ ਲੋਕਾਂ ਦੇ ਲਈ ਰੱਖ ਲੈਣੇ, ਰਾਹਗੀਰਾਂ ਦੇ ਲਈ, ਮੁਸਾਫਰਾਂ ਲਈ। ਤੇ ਜੇ ਕਿਸੇ ਦਿਨ ਕੋਈ ਰਾਹਗੀਰ ਮੁਸਾਫਰ ਨਹੀਂ ਸੀ ਆਉਂਦਾ ਤਾਂ ਉਹ ਪ੍ਰਸ਼ਾਦੇ ਦੁਪਹਿਰ ਵੇਲੇ ਤੱਕ ਪਰਿੰਦਿਆਂ ਨੂੰ, ਪੰਛੀਆਂ ਨੂੰ ਪਾ ਦਿੰਦੀ ਸੀ। ਹਮੇਸ਼ਾ ਉਸਨੇ ਉਹ ਪ੍ਰਸ਼ਾਦੇ ਕੱਢ ਕੇ ਕਿਸੇ ਨਾ ਕਿਸੇ ਨੂੰ ਦੇ ਕੇ, ਦਾਨ ਕਰਕੇ ਆਪਣਾ ਭੋਜਨ ਫੀਰ ਕਰਨਾ। ਜੇਕਰ ਕੋਈ ਰਾਹਗੀਰ ਮੁਸਾਫਰ ਬਹੁਤ ਦੇਰ ਨਾਲ ਆਉਂਦਾ ਸੀ ਤਾਂ ਉਦੋਂ ਉਹ ਭੋਜਨ ਛਕਦੀ ਸੀ। ਜੇ ਕੋਈ ਪਹਿਲਾਂ ਆ ਜਾਂਦਾ ਤਾਂ ਜਿਸ ਵੇਲੇ ਉਸਨੂੰ ਭੁੱਖ ਲੱਗੀ ਹੁੰਦੀ ਉਦੋਂ ਖਾ ਲਿਆ ਕਰਦੀ। ਲੋਕ ਬੜੇ ਹੈਰਾਨ ਹੁੰਦੇ ਕਿ ਬੀਬੀ ਦਾ ਸਿਰੜ ਦੇਖੋ, ਬੀਬੀ ਦਾ ਹੱਠ ਦੇਖੋ ਕਿ ਜਦੋਂ ਤੱਕ ਕੋਈ ਰਾਹਗੀਰ, ਕੋਈ ਮੁਸਾਫਰ ਨਹੀਂ ਆਉਂਦਾ ਉਦੋਂ ਤੱਕ ਇਹ ਮਾਤਾ ਰੋਟੀ ਨਹੀਂ ਛਕਦੀ। ਪਹਿਲਾਂ ਦੂਜਿਆਂ ਦੇ ਨਾਮ ਦੀ ਜਿਹੜੀ ਰੋਟੀ ਕੱਢੀ ਹੈ ਉਹਨਾਂ ਨੂੰ ਖਵਾ ਕੇ ਆਪਣੀ ਭੁੱਖ ਦਾ ਖਿਆਲ ਇਸ ਨੂੰ ਬਾਅਦ ਵਿੱਚ ਆਉਂਦਾ ਹੈ। ਹਰ ਕੋਈ ਉਸ ਦੀ ਸਿਫਤ ਕਰਦਾ ਸੀ। ਸੋ ਇਹ ਉਸ ਦਾ ਹਰ ਰੋਜ਼ ਦਾ ਇੱਕ ਨੇਮ ਬਣਿਆ ਹੋਇਆ ਸੀ। ਸਵੇਰੇ ਉੱਠਣਾ, ਇਸ਼ਨਾਨ ਕਰਨਾ, ਇਸ਼ਨਾਨ ਕਰਨ ਉਪਰੰਤ ਪਰਮਾਤਮਾ ਦੀ ਬੰਦਗੀ ਕਰਨੀ, ਫਿਰ ਕਿਤੋਂ ਗੋਬਰ ਲੈ ਕੇ ਆਉਣਾ, ਰਸੋਈ ਵਿੱਚ ਫੇਰਨਾ, ਫਿਰ ਚੁੱਲ੍ਹੇ ਨੂੰ ਪਰੋਲਾ ਫੇਰ ਕੇ ਪ੍ਰਸ਼ਾਦੇ ਬਣਾ ਕੇ ਪਹਿਲਾਂ ਦੂਜਿਆਂ ਲਈ ਕੱਢ ਦੇਣੇ, ਫਿਰ ਆਪਣੇ ਬਣਾ ਕੇ ਰੱਖ ਲੈਣੇ। ਹਰ ਦਿਨ ਦਾ ਨੇਮ ਸੀ। ਉਸਦੇ ਗੁਆਂਢੀ ਰੋਜ਼ ਦੇਖਦੇ ਸੀ ਕਿ ਇਸ ਦੇ ਘਰ ਸਫਾਈ ਵੀ ਬਹੁਤ ਹੈ, ਇਸ ਦਾ ਸਭ ਕੁਝ ਠੀਕ ਠਾਕ ਚੱਲ ਰਿਹਾ ਹੈ, ਇਹਦੀ ਕੋਈ ਕਮਾਈ ਕਰਨ ਦਾ ਵੀ ਸਾਧਨ ਨਹੀਂ, ਫਿਰ ਵੀ ਇਹ ਭੋਜਨ ਪਾਣੀ ਵੀ ਵਧੀਆ ਕਰਦੀ ਹੈ, ਘਰ ਨੂੰ ਵੀ ਚਮਕਾ ਕੇ ਰੱਖਦੀ ਹੈ। ਉਸਦੀ ਗੁਆਂਢਣ ਇਸ ਗੱਲ ਤੋਂ ਬਹੁਤ ਈਰਖਾ ਕਰਦੀ ਸੀ। ਉਹ ਸੋਚਦੀ ਰਹਿੰਦੀ ਸੀ ਕਿ ਸਾਡੇ ਘਰ ਅਸੀਂ ਸਾਰੇ ਕਮਾਈ ਕਰਦੇ ਹਾਂ, ਸਾਰਾ ਟੱਬਰ ਸਾਡਾ ਤੁਰਿਆ ਫਿਰਦਾ ਹੈ, ਫਿਰ ਵੀ ਸਾਡੇ ਘਰ ਖਲਾਰੇ ਪਏ ਰਹਿੰਦੇ ਨੇ, ਸਾਡੀ ਰੋਟੀ ਪੂਰੀ ਨਹੀਂ ਆਉਂਦੀ। ਤੇ ਇਹ ਬਿਲਕੁਲ ਖੁਸ਼ ਵੀ ਰਹਿੰਦੀ ਹੈ, ਪਰਮਾਤਮਾ ਦਾ ਨਾਮ ਵੀ ਜਪਦੀ ਹੈ, ਪਰਮਾਤਮਾ ਦੇ ਭਾਣੇ ਵਿੱਚ ਖੌਰੇ ਕਿਵੇਂ ਖੁਸ਼ ਰਹਿ ਲੈਂਦੀ ਹੈ। ਉਹ ਈਰਖਾ ਦੀ ਮਾਰੀ ਉਸਨੇ ਇਹ ਗੱਲ ਸੋਚ ਲਈ ਕਿ ਇਹ ਹਰ ਰੋਜ਼ ਸਾਡੀ ਗਾਂ ਦਾ ਗੋਬਰ ਲੈ ਕੇ ਜਾਂਦੀ ਹੈ, ਇਹ ਗੋਬਰ ਤੋਂ ਦਿਨ ਦੀ ਸ਼ੁਰੂਆਤ ਕਰਦੀ ਹੈ। ਕਿਉਂ ਨਾ ਮੈਂ ਆਪਣੀ ਗਾਂ ਨੂੰ ਅੰਦਰ ਬੰਨ੍ਹਣ ਲੱਗ ਪਵਾਂ। ਜਦੋਂ ਗਾਂ ਗੋਬਰ ਕਰਦੀ ਉਸ ਨੂੰ ਵੇਲੇ ਲਾ ਦੇਵਾਂ, ਇਸ ਨੂੰ ਮਿਲੇ ਹੀ ਨਾ, ਨਹੀਂ ਮਿਲੇਗਾ ਤੇ ਆਪੇ ਇਹਦਾ ਰੋਟੀ ਪਾਣੀ ਨਾ ਪੱਕੇਗਾ। ਅਗਲੇ ਦਿਨ ਉਸਨੇ ਇਹ ਗੱਲ ਪੱਕੀ ਆਪਣੇ ਮਨ ਵਿੱਚ ਕਰ ਲਈ, ਨਿਸ਼ਚਾ ਕਰ ਲਿਆ ਕਿ ਅੱਜ ਗਾਂ ਨੇ ਜਦੋਂ ਗੋਬਰ ਕਰਨਾ ਹੈ ਉਦੋਂ ਮੈਂ ਇਸ ਨੂੰ ਵੇਲੇ ਲਾ ਦੇਣਾ ਹੈ, ਇਸ ਨੂੰ ਗੋਬਰ ਨਹੀਂ ਮਿਲਣਾ ਚਾਹੀਦਾ। ਹੋਰ ਵੀ ਆਂਢ ਗੁਆਂਢ ਇੱਕ ਦੋ ਘਰ ਜਿਨ੍ਹਾਂ ਦੇ ਕੋਲ ਗਾਵਾਂ ਮੱਝਾਂ ਸੀ, ਉਹਨਾਂ ਦਾ ਗੋਬਰ ਵੀ ਉਹ ਚੋਰੀ ਛਿੱਪੇ ਜਾ ਕੇ ਵੇਲੇ ਲਾ ਆਈ। ਜਦੋਂ ਦਿਨ ਚੜ੍ਹਿਆ ਉਸਨੇ ਇਸ਼ਨਾਨ ਕੀਤਾ, ਬੰਦਗੀ ਕੀਤੀ। ਬੰਦਗੀ ਕਰਨ ਤੋਂ ਬਾਅਦ ਹਰ ਰੋਜ਼ ਵਾਂਗੂ ਉਹ ਗੋਬਰ ਲੈਣ ਚਲੀ ਗਈ। ਉਸਨੇ ਦੇਖਿਆ ਕਿ 2-3 ਘਰ ਜਿੱਥੇ ਤੱਕ ਉਹ ਜਾ ਸਕਦੀ ਹੁੰਦੀ ਸੀ, ਜਿੱਥੋਂ ਉਸਨੂੰ ਮਿਲ ਜਾਂਦਾ ਹੁੰਦਾ ਸੀ, ਅੱਜ ਗੋਬਰ ਨਹੀਂ ਮਿਲਿਆ। ਹੈਰਾਨ ਹੋ ਕੇ, ਪਰੇਸ਼ਾਨ ਹੋ ਕੇ ਵਾਪਸ ਆ ਗਈ। ਉਸਨੇ ਉਸ ਦਿਨ ਨਾ ਪਰੋਲਾ ਫੇਰਿਆ, ਨਾ ਪੋਚਾ ਫੇਰਿਆ ਤੇ ਨਾ ਹੀ ਉਸਨੇ ਪ੍ਰਸ਼ਾਦੇ ਬਣਾਏ, ਕਿਉਂਕਿ ਉਸਦਾ ਨੇਮ ਸੀ। ਉਸਨੂੰ ਲੱਗਦਾ ਸੀ ਕਿ ਇਸ ਤਰ੍ਹਾਂ ਕਰਾਂਗੀ ਤਾਂ ਸੁਚਤਮ ਹੋਵੇਗਾ, ਫਿਰ ਹੀ ਮੁਸਾਫਰਾਂ ਨੂੰ, ਰਾਹਗੀਰਾਂ ਨੂੰ ਦਿੱਤਾ ਹੋਇਆ ਦਾਨ ਮੇਰਾ ਜਿਹੜਾ ਹੈ ਉਸਨੂੰ ਫਲ ਮਿਲਣਾ ਹੈ। ਦੂਜੇ ਦਿਨ ਜਦੋਂ ਦਿਨ ਚੜ੍ਹਿਆ, ਦੂਜੇ ਦਿਨ ਵੀ ਗੁਆਂਢਣ ਨੇ ਇਸੇ ਤਰ੍ਹਾਂ ਕੀਤਾ। ਦੂਜੇ ਦਿਨ ਵੀ ਉਹ ਭੁੱਖੀ ਰਹੀ। ਜਦੋਂ 2 ਦਿਨ ਉਹ ਭੁੱਖੀ ਰਹੀ ਨਾ, ਤੇ ਜਿਹੜੇ ਪਰਮਾਤਮਾ ਦਾ ਉਹ ਨਾਮ ਜਪਦੀ ਸੀ, ਬੰਦਗੀ ਕਰਦੀ ਸੀ, ਪਰਮਾਤਮਾ ਨੇ ਸਭ ਕੁਝ ਦੇਖਿਆ ਅਤੇ ਫੈਸਲਾ ਕੀਤਾ ਕਿ ਕਿਉਂ ਨਾ ਇਸ ਨੂੰ ਵੀ ਮੈਂ ਇੱਕ ਗਾਂ ਦੇ ਆਵਾਂ। ਅਗਲੀ ਸੁਬਾਹ ਤੀਜੇ ਦਿਨ ਜਦੋਂ ਉਹ ਬੀਬੀ, ਉਹ ਬਜ਼ੁਰਗ ਮਾਤਾ ਉੱਠੀ ਤਾਂ ਉਸਨੇ ਦੇਖਿਆ ਕਿ ਉਸਦੇ ਵਿਹੜੇ ਦੇ ਵਿੱਚ ਜਿਹੜਾ ਦੂਜਾ ਕਮਰਾ ਸੀ, ਕਮਰੇ ਦੇ ਬਾਹਰ ਵਾਲੇ ਪਾਸੇ ਇੱਕ ਗਾਂ ਬਹੁਤ ਹੀ ਸੁੰਦਰ, ਨਾਲ ਉਸਦੇ ਵੱਛਾ, ਤੇ ਜਿਹੜਾ ਕਮਰਾ ਸੀ ਉਹ ਚਾਰੇ ਨਾਲ ਭਰਿਆ ਹੋਇਆ ਸੀ, ਤੂੜੀ ਨਾਲ ਭਰਿਆ ਹੋਇਆ ਸੀ। ਬਹੁਤ ਖੁਸ਼ ਹੋਈ। ਅੱਜ ਉਹਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ। ਸੋਚਣ ਲੱਗੀ ਕਿ ਪ੍ਰਮਾਤਮਾ, ਜਿਹਦੇ ਕਰਕੇ ਮੈਂ ਦਰ-ਦਰ ਤੇ 3 ਦਿਨ ਤੋਂ ਠੋਕਰਾਂ ਖਾ ਰਹੀ ਹਾਂ, ਅੱਜ ਤੂੰ ਮੈਨੂੰ ਉਹ ਦੇ ਦਿੱਤਾ ਹੈ। ਤੂੰ ਮੇਰੀ ਜਿਹੜੀ ਬੰਦਗੀ ਹੈ, ਜਿਹੜਾ ਮੈਂ ਭਜਨ ਕੀਤਾ ਹੈ ਤੇਰਾ, ਉਸਦਾ ਮੁੱਲ ਮੁੜ ਗਿਆ। ਉਸਨੇ ਫਿਰ ਪਰਮਾਤਮਾ ਦੀ ਬੰਦਗੀ ਕੀਤੀ ਅਤੇ ਪਿੰਡ ਵਿੱਚ ਟਹਿਲਣ ਲਈ ਚਲੀ ਗਈ ਅਤੇ ਨਾਲ ਦੀ ਨਾਲ ਇੰਤਜ਼ਾਰ ਕਰਨ ਲੱਗੀ ਕਿ ਜਦੋਂ ਗਾਂ ਗੋਬਰ ਕਰੇਗੀ ਤੇ ਮੈਂ ਪਰੋਲਾ ਫੇਰ ਕੇ, ਪੋਚਾ ਫੇਰ ਕੇ ਫਿਰ ਮੈਂ ਰੋਟੀਆਂ ਬਣਾਵਾਂਗੀ, ਪ੍ਰਸ਼ਾਦੇ ਬਣਾ ਲਵਾਂਗੀ।
ਇਨੇ ਦੇ ਵਿੱਚ ਉਸ ਦੀ ਗੁਆਂਢਣ ਨੂੰ ਪਤਾ ਲੱਗ ਗਿਆ ਕਿ ਇਸ ਦੇ ਘਰ ਕਿਤੋਂ ਗਾਂ ਆ ਗਈ ਹੈ। ਉਹ ਚੋਰੀ ਦੇਖਣ ਲੱਗੀ। ਕਹਾਣੀਕਾਰ ਕਹਿੰਦਾ ਹੈ ਕਿ ਇਸ ਗਾਂ ਨੇ ਜਿਹੜੀ ਪ੍ਰਮਾਤਮਾ ਵੱਲੋਂ ਉਸ ਨੂੰ ਦਾਨ ਕੀਤੀ ਹੋਈ ਸੀ, ਉਸਨੇ ਜਿਹੜਾ ਗੋਬਰ ਕਰਨਾ ਸੀ ਉਸ ਦੀ ਥਾਂ ਤੇ ਸੋਨੇ ਦੇ ਢੇਰ ਲਗਾ ਦਿੱਤੇ। ਗੁਆਂਢਣ ਨੇ ਜਦੋਂ ਦੇਖਿਆ ਤੇ ਉਸਨੇ ਭੱਜ ਕੇ ਆ ਕੇ ਚਲਾਕੀ ਕੀਤੀ। ਉਸਨੇ ਆਪਣੀ ਗਾਂ ਦੇ ਗੋਬਰ ਨਾਲ ਸੋਨਾ ਵਟਾ ਲਿਆ। ਹੁਣ ਹਰ ਰੋਜ਼ ਇਸੇ ਤਰ੍ਹਾਂ ਹੁੰਦਾ। ਹੁਣ ਇਹ ਬੀਬੀ ਦੇ ਘਰ ਰੋਟੀ ਤਾਂ ਪੱਕਣ ਲੱਗ ਗਈ, ਪਰ ਇਸ ਨੂੰ ਅਸਲੀ ਗੱਲ ਨਹੀਂ ਪਤਾ ਲੱਗੀ। ਦਿਨ ਚੜ੍ਹਨ ਤੋਂ ਪਹਿਲਾਂ ਜਿਹੜੀ ਗੁਆਂਢਣ ਸੀ, ਈਰਖਾਲੂ ਗੁਆਂਢਣ, ਉਹ ਇਸੇ ਤਰ੍ਹਾਂ ਕਰ ਜਾਇਆ ਕਰਦੀ ਸੀ। ਉਸਨੇ ਸੋਨਾ ਲੈ ਜਾਇਆ ਕਰਨਾ ਤੇ ਗੋਬਰ ਛੱਡ ਜਾਇਆ ਕਰਨਾ। ਇੱਕ ਦਿਨ ਮੌਸਮ ਸ਼ਦੀਦ ਖਰਾਬ ਹੋ ਗਿਆ, ਹਨੇਰੀ ਵਗਣ ਲੱਗ ਪਈ, ਮੀਂਹ ਪੈਣ ਲੱਗ ਪਿਆ। ਹੁਣ ਇਹ ਬਜ਼ੁਰਗ ਮਾਤਾ ਨੇ ਸੋਚਿਆ ਕਿ ਜਿੱਥੇ ਮੈਂ ਪੈਂਦੀ ਹਾਂ, ਮੇਰਾ ਕਮਰਾ ਬਹੁਤ ਵੱਡਾ ਹੈ, ਇੱਕ ਨੁੱਕਰੇ ਮੈਂ ਬੈਠੀ ਰਵਾਂਗੀ, ਦੂਜੀ ਨੁੱਕਰੇ ਮੈਂ ਗਾਂ ਨੂੰ ਲੈ ਜਾਂਦੀ ਹਾਂ। ਗਾਂ ਨੂੰ ਉਸਨੇ ਅੰਦਰ ਕਰ ਲਿਆ, ਵੱਛੇ ਨੂੰ ਵੀ ਨਾਲ ਲੈ ਗਈ। ਉਸਨੂੰ ਉਸ ਦਿਨ ਪਤਾ ਲੱਗਿਆ ਕਿ ਮੇਰੀ ਗਾਂ ਗੋਬਰ ਦੀ ਬਜਾਏ ਸੋਨਾ ਦਾ ਢੇਰ ਲਾ ਦਿੰਦੀ ਹੈ। ਉਹ ਉਸ ਦਿਨ ਤੋਂ ਅਮੀਰ ਹੋਣ ਲੱਗ ਗਈ। ਉਸਦੇ ਘਰ ਅਮੀਰੀ ਨੇ ਵਾਸ ਕਰ ਲਿਆ। 1 ਮਹੀਨੇ ਦੇ ਵਿੱਚ ਉਸਨੇ ਆਪਣੇ ਘਰ ਦਾ ਮੂੰਹ ਮਹਾਂਦਰਾ ਬਦਲ ਦਿੱਤਾ। ਉਸਨੇ ਲੱਖਾਂ ਰੁਪਈਆ ਜਮ੍ਹਾਂ ਕਰ ਲਿਆ। ਹੁਣ ਈਰਖਾਲੂ ਗੁਆਂਢਣ ਨੇ ਇਸ ਦੀ ਸ਼ਿਕਾਇਤ ਰਾਜੇ ਨੂੰ ਕਰ ਦਿੱਤੀ ਕਿ ਇਸ ਦੇ ਘਰੋਂ ਇਹ ਸਾਰਾ ਕੁਝ ਜੋ ਆਉਂਦਾ ਹੈ ਨਾ, ਇਸ ਦੇ ਕੋਲ ਇੱਕ ਜਾਦੂਈ ਗਾਂ ਹੈ। ਇਹ ਜਾਦੂਈ ਗਾਂ ਰੱਖਣ ਦਾ ਹੱਕਦਾਰ ਸਿਰਫ ਇੱਕ ਰਾਜ ਦਾ ਰਾਜਾ ਹੁੰਦਾ ਹੈ। ਰਾਜੇ ਨੇ ਸਿਪਾਹੀ ਭੇਜ ਦਿੱਤੇ। ਮਾਤਾ ਰੋਂਦੀ ਕਰਲਾਉਂਦੀ ਰਹੀ ਕਿ ਮੇਰਾ ਸਾਰਾ ਕੁਝ ਇਹਦੇ ਆਸਰੇ ਹੈ, ਇਹਦੇ ਆਸਰੇ ਮੈਂ ਰੋਟੀ ਖਾਂਦੀ ਹਾਂ, ਪਰ ਉਹਨਾਂ ਇੱਕ ਨਹੀਂ ਮੰਨੀ। ਉਸ ਨੂੰ ਰਾਜ ਮਹਿਲ ਲੈ ਗਏ। ਰਾਜੇ ਨੇ ਆਪਣੇ ਦਰਬਾਰੀਆਂ ਨੂੰ, ਮੰਤਰੀਆਂ ਸੰਤਰੀਆਂ ਨੂੰ ਅੰਦਰ ਵਾਲੀ ਗੱਲ ਨਹੀਂ ਦੱਸੀ। ਸਿਪਾਹੀਆਂ ਨੂੰ ਹੁਕਮ ਕੀਤਾ ਕਿ ਇਸ ਨੂੰ ਮੇਰੇ ਕਕਸ਼ ਦੇ ਵਿੱਚ ਲੈ ਜਾਓ, ਮੇਰੇ ਕਕਸ਼ ਦੇ ਵਿੱਚ ਜਾ ਕੇ ਬੰਨ੍ਹ ਦਿਓ। ਉਹਨਾਂ ਕਿਹਾ ਕਿ ਇਹ ਠੀਕ ਨਹੀਂ। ਉਸਨੇ ਕਿਹਾ ਕਿ ਨਹੀਂ, ਬੰਨ੍ਹ ਦਿਓ। ਉੱਥੇ ਜਾ ਕੇ ਪ੍ਰਮਾਤਮਾ ਦੀ ਮਰਜ਼ੀ ਨੇ ਐਸੀ ਕਰਵਟ ਲਈ ਕਿ ਉਸਨੇ ਸਧਾਰਨ ਗੋਬਰ ਕਰਨਾ ਸ਼ੁਰੂ ਕਰ ਦਿੱਤਾ, ਉਹ ਵੀ ਬਹੁਤ ਜ਼ਿਆਦਾ। ਇੱਕ ਦਿਨ ਦੇ ਵਿੱਚ ਉੱਥੇ ਖਲਾਰੇ ਪਾ ਦਿੱਤੇ। ਇੰਨਾ ਕੁ ਜ਼ਿਆਦਾ ਉੱਥੇ ਗੰਦਗੀ ਫੈਲ ਗਈ ਕਿ ਹੁਣ ਉਸ ਰਾਜੇ ਨੇ ਦੁਬਾਰਾ ਤੋਂ ਉਸ ਈਰਖਾਲੂ ਗੁਆਂਢਣ ਸੀ ਜਿਹੜੀ ਉਸ ਔਰਤ ਨੂੰ ਬੁਲਾਇਆ। ਉਸ ਨੂੰ ਤੋਂ ਸਾਰਾ ਰਾਜ ਮਹਿਲ ਸਾਫ਼ ਕਰਵਾਇਆ ਤੇ ਨਾਲ ਦੀ ਨਾਲ ਉਸ ਨੂੰ 1 ਮਹੀਨੇ ਦੀ ਸਜ਼ਾ ਦੇ ਦਿੱਤੀ। ਤੇ ਨਾਲ ਦੀ ਨਾਲ ਉਸਨੇ ਕਿਹਾ ਕਿ ਇਹ ਗਾਂ ਜਿੱਥੋਂ ਲੈ ਕੇ ਆਏ ਹੋ ਉੱਥੇ ਵਾਪਸ ਜਾ ਕੇ ਛੱਡ ਕੇ ਆਓ। ਉਸ ਬਜ਼ੁਰਗ ਮਾਤਾ ਨੂੰ ਗਾਂ ਵਾਪਸ ਮਿਲ ਗਈ। ਫਿਰ ਤੋਂ ਉਹਦੇ ਘਰ ਰੌਣਕਾਂ ਲੱਗ ਗਈਆਂ। ਉਸ ਦੀ ਜਿਹੜੀ ਦਿੱਕਤ ਸੀ, ਪਰੇਸ਼ਾਨੀ ਸੀ ਖਾਣ ਪੀਣ ਵਾਲੀ, ਫਿਰ ਤੋਂ ਦੂਰ ਹੋ ਗਈ। ਫਿਰ ਤੋਂ ਉਸ ਨੂੰ ਸੋਨਾ ਮਿਲਣ ਲੱਗ ਪਿਆ। ਇਸ ਕਹਾਣੀ ਦੇ ਰਾਹੀਂ ਕਹਾਣੀਕਾਰ ਕੀ ਸੰਦੇਸ਼ ਦੇਣਾ ਚਾਹੁੰਦਾ ਹੈ? ਸਭ ਤੋਂ ਪਹਿਲੀ ਗੱਲ ਤਾਂ ਇਹ, ਕਹਾਣੀਕਾਰ ਕਦੇ ਵੀ ਵਹਿਮ ਭਰਮ ਨਹੀਂ ਫੈਲਾਉਣਾ ਚਾਹੁੰਦਾ। ਇਹ ਕਹਾਣੀ ਇੱਕ ਇਨਸਾਨ ਦੇ ਮਨ ਦੀ ਘਾੜਤ ਹੈ। ਉਹ ਘਾੜਤ ਘੜਨ ਦਾ ਕਾਰਨ ਕੀ ਹੈ? ਕਿ ਉਹ ਆਪਾਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਹੈ, ਇੱਕ ਮੈਸੇਜ ਦੇਣਾ ਚਾਹੁੰਦਾ ਹੈ। ਇੱਕ ਮੈਸੇਜ ਜਿਹੜਾ ਸਾਨੂੰ ਬਹੁਤ ਸਾਫ਼ ਤੇ ਸਪਸ਼ਟ ਤਰੀਕੇ ਨਾਲ ਸਮਝਾ ਸਕੇ। ਇਸ ਕਹਾਣੀ ਰਾਹੀਂ ਕਹਾਣੀਕਾਰ ਇਹ ਦੱਸਣਾ ਚਾਹੁੰਦਾ ਹੈ ਕਿ ਜੋ ਇਨਸਾਨ ਆਪਣਾ ਨਿੱਜ ਪਹਿਲਾਂ ਰੱਖਦਾ ਹੈ, ਉਹ ਹਮੇਸ਼ਾ ਨਿਗਾਰ ਵੱਲ ਜਾਂਦਾ, ਘਾਟੇ ਵੱਲ ਜਾਂਦਾ ਹੈ। ਤੇ ਜੋ ਇਨਸਾਨ ਹਮੇਸ਼ਾ ਦੂਜਿਆਂ ਦੀ ਫਿਕਰ ਕਰਦਾ ਹੈ, ਮਾਨਵਤਾ ਦੀ ਫਿਕਰ ਕਰਦਾ ਹੈ, ਪ੍ਰਮਾਤਮਾ ਦੇ ਬਣਾਏ ਪਸ਼ੂ ਪੰਛੀਆਂ ਦੀ ਫਿਕਰ ਕਰਦਾ ਹੈ, ਉਸ ਦੀਆਂ ਹਮੇਸ਼ਾ ਤਰੱਕੀਆਂ ਹੁੰਦੀਆਂ ਨੇ। ਇਸ ਕਹਾਣੀ ਦੇ ਵਿੱਚ ਉਹ ਬੀਬੀ ਪਹਿਲਾਂ ਰਾਹਗੀਰ ਮੁਸਾਫਰਾਂ ਦੇ ਲਈ ਅੰਨ ਰੱਖਦੀ ਸੀ, ਪ੍ਰਸ਼ਾਦਾ ਰੱਖਦੀ ਸੀ, ਪ੍ਰਮਾਤਮਾ ਦੇ ਬਣਾਏ ਪਰਿੰਦਿਆਂ ਲਈ ਰੋਟੀਆਂ ਕੱਢਦੀ ਸੀ, ਤਾਂ ਪ੍ਰਮਾਤਮਾ ਉਸ ਨੂੰ ਬਹੁਤ ਬੁਲੰਦੀਆਂ ਵੱਲ ਲੈ ਗਿਆ। ਤੇ ਉਧਰ ਦੂਜੇ ਪਾਸੇ ਜਿਹੜੀ ਈਰਖਾਲੂ ਔਰਤ ਸੀ, ਉਸ ਦੀ ਸਾਰੇ ਰਾਜ ਭਾਗ ਦੇ ਸਾਹਮਣੇ ਬੇਇੱਜ਼ਤੀ ਹੋਈ ਤੇ ਨਾਲ ਦੀ ਨਾਲ ਉਸ ਨੂੰ 1 ਮਹੀਨੇ ਦੀ ਸਜ਼ਾ ਵੀ ਹੋਈ, ਕਿਉਂਕਿ ਉਸਨੇ ਕਦੇ ਆਪਣੇ ਆਂਢ ਗੁਆਂਢ ਦੇ ਵਿੱਚ ਜਿਹੜੇ ਲੋਕ ਖੁਸ਼ ਨੇ ਉਹਨਾਂ ਦੀਆਂ ਖੁਸ਼ੀਆਂ ਦੇ ਵਿੱਚੋਂ ਖੁਸ਼ੀ ਨਹੀਂ ਲੱਭੀ, ਸਗੋਂ ਹਮੇਸ਼ਾ ਉਸਨੇ ਈਰਖਾ ਕੀਤੀ, ਨਫ਼ਰਤ ਕੀਤੀ। ਸੋ ਹਮੇਸ਼ਾ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਰਾਜੀ ਰਹਿਣਾ ਚਾਹੀਦਾ। ਪ੍ਰਮਾਤਮਾ ਨੇ ਹਰ ਇੱਕ ਦੇ ਲਈ ਕੁਛ ਨਾ ਕੁਛ ਬਣਾਇਆ। ਜਦੋਂ ਆਪਾਂ ਇੱਕ ਦੂਜੇ ਦੇ ਨਾਲ ਤੁਲਨਾ ਕਰਨ ਲੱਗ ਪੈਂਦੇ ਹਾਂ, ਸਾਡੇ ਮਨ ਦੁਖੀ ਹੋਣ ਲੱਗ ਪੈਂਦੇ ਨੇ। ਪ੍ਰਮਾਤਮਾ ਨੇ ਜਿਸ ਨੂੰ ਜਿਵੇਂ ਬਣਾਇਆ ਹੈ, ਹਰ ਇੱਕ ਦੇ ਵਿੱਚ ਪ੍ਰਮਾਤਮਾ ਦਾ ਅੰਸ਼ ਮੌਜੂਦ ਹੈ। ਇਸ ਕਰਕੇ ਇਸ ਕਹਾਣੀ ਵਾਲੀ ਬੀਬੀ ਦੇ ਵਾਂਗੂ ਸਾਨੂੰ ਹਰ ਰੋਜ਼ ਸਵੇਰੇ ਉੱਠ ਕੇ ਇਸ਼ਨਾਨ ਕਰਨਾ ਚਾਹੀਦਾ ਹੈ, ਪ੍ਰਮਾਤਮਾ ਦੀ ਬੰਦਗੀ ਕਰਨੀ ਚਾਹੀਦੀ ਹੈ ਤੇ ਲੋਕਾਂ ਦੀ ਭਲਾਈ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ। ਜ਼ਰੂਰੀ ਨਹੀਂ ਕਿ ਕਿਸੇ ਭੁੱਖੇ ਨੂੰ ਅਸੀਂ ਰੋਟੀ ਖਵਾ ਕੇ ਹੀ ਭਲਾਈ ਕਰ ਸਕਦੇ ਹਾਂ। ਅੱਜ ਦੇ ਦੌਰ ਵਿੱਚ ਭਲਾਈ ਕਰਨ ਦੇ ਹੋਰ ਬਹੁਤ ਸਾਰੇ ਤੌਰ ਤਰੀਕੇ ਸਾਧਨ ਹਨ, ਪਰ ਇੱਕ ਗੱਲ ਹਮੇਸ਼ਾ ਦਿਮਾਗ ਦੇ ਵਿੱਚ ਰੱਖੋ ਕਿ ਜਿਹੜਾ ਬੰਦਾ ਕਿਸੇ ਹੋਰ ਦਾ ਭਲਾ ਕਰਨ ਬਾਰੇ ਸੋਚਦਾ ਹੈ, ਪ੍ਰਮਾਤਮਾ ਉਸ ਦਾ ਭਲਾ ਸਭ ਤੋਂ ਪਹਿਲਾਂ ਕਰਦਾ ਹੈ। ਈਰਖਾ ਆਪਣੀ ਜ਼ਿੰਦਗੀ ਤੋਂ ਕੋਹਾਂ ਦੂਰ ਰੱਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।